तो फाइनली पंजाब ਨੂੰ ਨਵੇਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਮਿਲ ਚੁੱਕੇ ਨੇ ਜੁਆਇਨ ਕੀਤਾ ਆਫਿਸ ਔਰ ਜੇ ਆਪਾਂ ਗੱਲ ਕਰੀਏ ਸੀਨੀਅਰ ਐਡਵੋਕੇਟ ਹੈ 2014 ਡੈਜ਼ਿਗਨੇਟ ਹੋਏ ਪੰਜਾਬ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਲਈ ਔਰ ਕਾਫੀ ਐਕਸਪੀਰੀਅੰਸ ਨੇ ਕਾਫੀ ਹਾਈ ਪ੍ਰੋਫਾਈਲ ਕੇਸ ਵੀ ਕਰ ਚੁੱਕੇ ਨੇ ਲੇਕਿਨ ਸੀਨੀਅਰ ਤੋਂ ਬਾਅਦ ਹੁਣ ਏਜੀ ਬਣੇ ਨੇ ਔਰ ਮੁਲਾਕਾਤ ਤਾਂ ਇਹਨਾਂ ਨਾਲ ਹੁੰਦੀ ਰਹਿੰਦੀ ਹੈ ਹੁਣ ਨਵਾਂ ਦਾ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਬਹੁਤ ਥੈਂਕ ਯੂ ਵੈਰੀ ਮਚ ਰਮੇਸ਼ ਹਾਂ ਭਾਜੀ ਇਸ ਰਿਸਪੌਂਸਿਬਿਲਿਟੀ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਉਸ ਸਟੇਟ ਦੇ ਤੁਸੀਂ ਏਜੀ ਬਣੇ ਹੋ ਜਿੱਥੇ ਪੋਲੀਟੀਕਲ ਵੀ ਸੋਸ਼ਲ ਸਿਨੈਰੀਓ ਵੀ ਬੜਾ ਇੱਕ ਚੈਲੰਜ ਰਹਿੰਦਾ ਹੈ ਇੱਕ ਵੱਡਾ ਚੈਲੰਜ ਹੈ ਏਜੀ ਦੀ ਪੋਸਟ ਵੀ ਕੋਈ ਸੌਖੀ ਨਹੀਂ ਦੇਖੋ ਮੇਰੇ ਹਿਸਾਬ ਨਾਲ ਪੰਜਾਬ ਪਹਿਲੀ ਗੱਲ ਤੇ ਸਭ ਤੋਂ ਬੈਸਟ ਸਟੇਟ ਜੀ ਔਰ ਇੱਥੇ ਕਦੀ ਵੀ ਸੋਸ਼ਲ ਸਿਨੈਰੀਓ ਸਾਡੇ ਲਈ ਚੈਲੰਜ ਨਹੀਂ ਰਿਹਾ ਕਿਉਂਕਿ ਸਾਰੀਆਂ ਕਮਿਊਨਿਟੀਜ਼ ਸਾਰੀਆਂ ਕਲਾਸਿਸ ਆਪਸ ਵਿੱਚ ਬਹੁਤ ਪੀਸਫੁਲ ਤੇ ਹਾਰਮਨੀ 'ਚ ਰਹਿੰਦੀਆਂ ਨੇ ਪਰ ਬਾਰਡਰ ਸਟੇਟ ਹੋਣ ਕਰਕੇ ਕਈ ਵਾਰੀ ਇਹ ਜਿਹੇ ਚੈਲੰਜਸ ਹੁੰਦੇ ਨੇ ਜਿੱਥੇ ਕਿ ਸਰਕਾਰ ਨੂੰ ਇਹ ਜਿਹੀਆਂ ਚੀਜ਼ਾਂ ਨੂੰ ਹੈਂਡਲ ਕਰਨਾ ਪੈਂਦਾ ਹੈ ਬਟ ਐਜ਼ ਐਨ ਐਡਵੋਕੇਟ ਜਨਰਲ ਮੇਰਾ ਜਿਹੜਾ ਲਿਮਿਟਿਡ ਰੋਲ ਹੈ ਉਹ ਸਰਕਾਰ ਨੂੰ ਕਾਨੂੰਨੀ ਮੁੱਦਿਆਂ ਤੇ ਐਡਵਾਈਸ ਕਰਨਾ ਹੈ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਜਿਹੜੇ ਕੇਸ ਆਉਂਦੇ ਨੇ ਉਹਨਾਂ ਨੂੰ ਡਿਫੈਂਡ ਕਰਨਾ ਹੈ ਕੋਸ਼ਿਸ਼ ਮੇਰੀ ਇਹ ਹੈ ਕਿ ਇਹ ਜਿਹੜੀ ਡਿਊਟੀ ਹੈ ਮੈਂ ਆਪਣੀ ਬੈਸਟ ਆਫ ਐਬਿਲਿਟੀ ਨਾਲ ਡਿਸਚਾਰਜ ਕਰ ਸਕਾਂ ਉਹ ਕਹਿੰਦੇ ਜਦੋਂ ਐਲੀਵੇਸ਼ਨ ਹੁੰਦਾ ਨਾ ਪਹਿਲਾਂ ਸੀਨੀਅਰ ਬਣਦੇ ਨੇ ਹੁਣ ਏਜੀ ਹਰ ਇੱਕ ਐਡਵੋਕੇਟ ਦਾ ਸੁਪਨਾ ਹੁੰਦਾ ਕਿ ਇੱਕ ਵੱਡੇ ਤੋਂ ਵੱਡੇ ਅਹੁਦੇ ਤੇ ਜਾਏ ਵੱਡਾ ਕੰਮ ਕਰੇ ਫੈਮਿਲੀ ਚ ਤੁਹਾਡਾ ਸ਼ਾਇਦ ਤੁਸੀਂ ਪਹਿਲੇ ਹੋ ਜਿਹੜੇ ਐਡਵੋਕੇਸੀ ਚ ਆਏ ਹੋ ਦੈਟਸ ਰਾਈਟ ਮੈਂ ਆਈ ਐਮ ਅ ਫਰਸਟ ਜਨਰੇਸ਼ਨ ਲਾਇਰ ਹਾਂ ਲੇਕਿਨ ਐਜ਼ ਐਨੀ ਅਦਰ ਐਡਵੋਕੇਟ ਆਈ ਵੁੱਡ ਸੇ ਕਿ ਅਗਰ ਤੁਸੀਂ ਵਕਾਲਤ ਵਿੱਚ ਪ੍ਰੈਕਟਿਸ ਕਰ ਰਹੇ ਹੋ ਤੇ ਹਰ ਕਲਾਇੰਟ ਦੀ ਜਿਹੜੀ ਦਰਦ ਹੈ ਉਹ ਤੁਹਾਡੇ ਲਈ ਉਨੀ ਹੀ ਇੰਪੋਰਟੈਂਟ ਹੈ ਤੇ ਮੇਰੇ ਲਈ ਸਰਕਾਰ ਮੇਰਾ ਕਲਾਇੰਟ ਹੈ ਤੇ ਸਰਕਾਰ ਦੀ ਦਰਦ ਉਨੀ ਇੰਪੋਰਟੈਂਟ ਹੈ ਲੇਕਿਨ ਕਿਸੇ ਵੀ ਰੋਲ ਵਿੱਚ ਜੇ ਐਡਵੋਕੇਟ ਕੰਮ ਕਰ ਰਿਹਾ ਹੈ ਉਹਦਾ ਪਰਪਸ ਇਹ ਹੈ ਕਿ ਵੀ ਉਹ ਆਪਣੇ ਕਲਾਇੰਟ ਦੀਆਂ ਪ੍ਰੋਬਲਮਸ ਨੂੰ ਸੋਲਵ ਕਰ ਸਕੇ ਵਿਦ ਇਨ ਦੀ ਫਰੇਮਵਰਕ ਆਫ ਲਾਅ ਜਿੰਨੇ ਪਹਿਲਾਂ ਹੀ ਜੀ ਰਹੇ ਨੇ ਵਿਨੋਦ ਕੇ ਜੀ ਨੇ ਨਿੱਜੀ ਰੀਜ਼ਨ ਕਰਕੇ ਰਿਜ਼ਾਈਨ ਕੀਤਾ ਔਰ ਇੱਕ ਵੱਡਾ ਨਾਮ ਸੀਗਾ ਚਲੋ ਹੁਣ ਤੁਹਾਡਾ ਵੱਡਾ ਨਾਮ ਹੈ ਚੈਲੰਜਸ ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦਾ ਜਿਨ੍ਹਾਂ ਨੂੰ ਕਹਿੰਦੇ ਅਸੀਂ ਇਹ ਚੈਲੰਜ ਹੈ ਹਰ ਵਕਾਲਤ ਦੀ ਜ਼ਿੰਦਗੀ 'ਚ ਵੀ ਚੈਲੰਜ ਹੀ ਹੈ ਬਿਲਕੁਲ SYL ਦਾ ਇਸ਼ੂ ਨਵਾਂ ਹੈ ਡਰੱਗਸ ਦੇ ਇਸ਼ੂ ਹੋ ਰਹੇ ਹੈ ਚਾਹੇ ਉਹ ਮਾਈਨਿੰਗ ਦਾ ਇਸ਼ੂ ਹੈ ਹਾਈ ਕੋਰਟ ਵਿੱਚ ਕਈ ਕੇਸਾਂ ਚਾਹੇ SGPC ਦੇ ਇਸ਼ੂ ਨੇ ਇਸ ਚੈਲੰਜ ਨੂੰ ਕਿਵੇਂ ਦੇਖਦੇ ਹੋ ਐਜ਼ ਐਡਵੋਕੇਟ ਜਨਰਲ ਦੇਖੋ ਇਹ ਚੈਲੰਜਸ ਤਾਂ ਤੱਕ ਚੈਲੰਜਸ ਨੇ ਜਦ ਤੱਕ ਕਿ ਅਸੀਂ ਇੱਕ ਐਫੀਸ਼ੀਐਂਟ ਮਸ਼ੀਨਰੀ ਜਿਹੜੀ ਲੀਗਲ ਮਸ਼ੀਨਰੀ ਹੈ ਉਹਨੂੰ ਯੂਜ਼ ਕਰਕੇ ਇਫੈਕਟਿਵਲੀ ਇਹਨਾਂ ਕੇਸਾਂ ਨੂੰ ਡਿਫੈਂਡ ਨਾ ਕਰ ਪਾਈਏ ਮੇਰੇ ਹਿਸਾਬ ਨਾਲ ਜੇ ਤੁਹਾਡੀ ਲੀਗਲ ਪੋਜੀਸ਼ਨ ਕਲੀਅਰ ਹੈ ਜੇ ਸਰਕਾਰ ਦਾ ਮਾਈਂਡ ਕਲੀਅਰ ਹੈ ਤੇ ਉਹ ਚੀਜ਼ ਤੁਸੀਂ ਜਵਾਬ ਦਾਵੇ ਦੇ ਨਾਲ ਜਾਂ ਐਫੀਡੇਵਿਟ ਨਾਲ ਕੋਰਟ ਦੇ ਅੱਗੇ ਰੱਖੀ ਹੈ ਤੇ ਉਸ ਪਹਿਲੂ ਨੂੰ ਤੁਸੀਂ ਬਹਿਸ ਦੇ ਦੌਰਾਨ ਕੋਰਟ ਨੂੰ ਸਮਝਾ ਪਾਉਂਦੇ ਹੋ ਤੁਹਾਡੀ ਡਿਊਟੀ ਉੱਥੇ ਤੱਕ ਹੀ ਹੈ ਫੈਸਲਾ ਕਰਨਾ ਕੋਰਟ ਦੀ ਜ਼ਿੰਮੇਵਾਰੀ ਹੈ ਉਹ ਅੱਛੇ ਫੈਸਲੇ ਕਰਨਗੇ ਸਾਡਾ ਪੂਰਾ ਕੌਨਫੀਡੈਂਸ ਹੈ ਕਿਉਂਕਿ ਲੇਟੈਸਟ ਇਸ਼ੂ ਹੁਣ SYL ਦਾ ਹੈ ਤੁਹਾਡੇ ਨਾਲ ਵੀ ਸਰਕਾਰ ਦੀ ਜਿਹੜੀ ਗੱਲਬਾਤ ਹੈ ਇੱਕ ਕੌਨਫੀਡੈਂਸ ਹੁੰਦਾ ਕਿ ਹਾਂ ਕਿਉਂਕਿ ਏਜੀ ਇੱਕ ਲੀਗਲ ਫਰਟਰਨਿਟੀ ਨੂੰ ਰਿਪਰੈਜ਼ੈਂਟ ਕਰਨਾ ਔਰ ਪੂਰਾ ਇੱਕ ਉਹ ਲੀਗਲ ਓਪੀਨੀਅਨ ਦੇਣਾ ਕਿੱਦਾਂ ਅੱਗੇ ਸਰਕਾਰ ਵਧੇਗੀ ਵੱਡਾ ਟਾਸਕ ਲੱਗਦਾ ਨਹੀਂ ਤੁਹਾਨੂੰ ਨਹੀਂ ਦੇਖੋ ਟਾਸਕ ਹਰ ਵੱਡਾ ਹੈ SYL ਦਾ ਇਸ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਇੰਟਰਸਟੇਟ ਡਿਸਪਿਊਟ ਹੈ ਔਰ ਉਹਦੇ ਵਿੱਚ ਆਲਰੇਡੀ ਸੁਪਰੀਮ ਕੋਰਟ ਆਪਣਾ ਮਾਈਂਡ ਇੱਕ ਤੋਂ ਜ਼ਿਆਦਾ ਟਾਈਮ ਐਕਸਪ੍ਰੈਸ ਕਰ ਚੁੱਕੀ ਹੈ ਜਦੋਂ ਤੱਕ ਉਸ ਇਸ਼ੂ ਨੂੰ ਕੰਪਰੀਹੈਂਸਿਵਲੀ ਲੀਗਲ ਫਰੇਮਵਰਕ ਦੇ ਵਿੱਚ ਸੈਟਲ ਨਹੀਂ ਕੀਤਾ ਜਾਏਗਾ ਕਿਉਂਕਿ ਯੂ ਆਰ ਅਵੇਅਰ ਕਿ ਇਹਦੇ ਵਿੱਚ ਸਰਕਾਰਾਂ ਨੇ ਵੀ ਜੋ ਲੈਜਿਸਲੇਚਰ ਨੇ ਇਲੈਕਟਿਡ ਗਵਰਨਮੈਂਟਸ ਨੇ ਠੀਕ ਸਮਝਿਆ ਕੁਝ ਲੈਜਿਸਲੇਸ਼ਨਸ ਵੀ ਆਈਆਂ ਉਹ ਚੈਲੰਜ ਵੀ ਹੋਈਆਂ ਬਹੁਤ ਜ਼ਿਆਦਾ ਲੀਗਲ ਪਹਿਲੂ ਨੇ ਜਿਨ੍ਹਾਂ ਨੂੰ ਬਹੁਤ ਕੰਪਰੀਹੈਂਸਿਵਲੀ ਤੇ ਕਲੈਕਟਿਵਲੀ ਐਡਰੈਸ ਕਰਨਾ ਪਏਗਾ ਮੈਂ ਜਿੰਨਾ ਤੁਸੀਂ ਅਖਬਾਰਾਂ 'ਚ ਰਿਪੋਰਟ ਕਰਦੇ ਹੋ ਉਹਨਾਂ ਜ਼ਰੂਰ ਪੜ੍ਹਦਾ ਲੇਕਿਨ ਮੈਂ ਇਸ ਪਹਿਲੂ ਨੂੰ ਨਹੀਂ ਹਾਲੀ ਐਗਜ਼ਾਮਿਨ ਕੀਤਾ ਕਿ ਉਹਦੇ ਵਿੱਚ ਸਰਕਾਰ ਦਾ ਲੀਗਲੀ ਕਰੈਕਟ ਸਟੈਂਡ ਕੀ ਹੋਣਾ ਚਾਹੀਦਾ ਹੈ ਬਟ ਜੋ ਵੀ ਕਾਗਜ਼ ਦੇਖ ਕੇ ਮੇਰੀ ਐਡਵਾਈਸ ਹੋਏਗੀ ਆਈ ਵਿਲ ਟਰਾਈ ਟੂ ਐਡਵਾਈਸ ਦੀ ਗਵਰਨਮੈਂਟ ਅਕੋਰਡਿੰਗਲੀ ਇੱਕ ਇਸ਼ੂ ਹਮੇਸ਼ਾ ਆਉਂਦਾ ਕਿਉਂਕਿ ਐਡਵੋਕੇਟ ਨੇ ਬੜੇ ਕੇਸਿਸ ਕੀਤੇ ਹੁੰਦੇ ਨੇ ਹੁਣ ਜਦੋਂ ਐਡਵੋਕੇਟ ਜਨਰਲ ਬਣ ਜਾਂਦਾ ਹੈ ਤਾਂ ਕਨਫਲਿਕਟ ਆਫ ਇੰਟਰਸਟ ਦੀ ਗੱਲ ਆਉਂਦੀ ਹੈ ਕਿ ਪੁਰਾਣੇ ਕੇਸਿਸ ਵੀ ਨਹੀਂ ਅਪੀਅਰ ਹੋ ਸਕਦਾ ਇਸ ਨੂੰ ਕਿਵੇਂ ਲੈਂਦੇ ਹੋ ਕਿ ਵਕੀਲ ਦਾ ਕੰਮ ਹੈ ਕੇਸ ਲੜਨਾ ਜਦੋਂ ਏਜੀ ਬਣ ਜਾਂਦੇ ਨੈਚੁਰਲੀ ਫਿਰ ਉਹ ਸਰਕਾਰ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਡਿਫੈਂਡ ਕਰਨਾ ਨਹੀਂ ਇਹਦੇ ਵਿੱਚ ਦੇਖੋ ਕਨਫਲਿਕਟ ਆਫ ਇੰਟਰਸਟ ਇੱਕ ਬੜੀ ਕਲੀਅਰਲੀ ਡਿਫਾਈਨਡ ਟਰਮ ਹੈ ਇਨ ਦੀ ਬਾਰ ਕਾਉਂਸਲ ਐਕਟ ਕਨਫਲਿਕਟ ਆਫ ਇੰਟਰਸਟ ਤਾਂ ਹੈ ਜੇ ਕਿਸੇ ਕਲਾਇੰਟ ਦਾ ਮੈਂ ਵਕੀਲ ਰਿਹਾ ਇੱਕ ਪਾਰਟਿਕੂਲਰ ਕੇਸ ਦੇ ਵਿੱਚ ਉਸ ਕੇਸ ਦੇ ਵਿੱਚ ਮੈਂ ਉਹਦੇ ਖਿਲਾਫ ਪੇਸ਼ ਨਹੀਂ ਹੋ ਸਕਦਾ ਬਿਲਕੁਲ ਅਦਰਵਾਈਜ਼ ਅਗਰ ਮੇਰੇ ਕੋਲ ਅੱਜ ਤੁਸੀਂ ਕਲਾਇੰਟ ਹੋ ਤੁਹਾਡਾ ਮੈਂ ਕੇਸ ਦੇਖ ਰਿਹਾ ਕੱਲ ਮੇਰੇ ਕੋਲ 10 ਸਾਲ ਬਾਅਦ ਕੋਈ ਹੋਰ ਕਲਾਇੰਟ ਆ ਜਾਂਦਾ ਉਹਦੇ ਵਿੱਚ ਤੁਸੀਂ ਰਿਸਪੋਂਡੈਂਟ ਹੋ that is not conflict of interest conflict of interest is when my conscience doesn't allow me ਇਸ ਕਰਕੇ ਇਹ ਕੇਸ ਤੇ ਵਕੀਲ ਦਾ ਕੰਮ ਹੈ ਕਰਨਾ ਅੱਜ ਉਹਦੇ ਕੋਲ A ਕਲਾਇੰਟ ਹੈ B ਕਲਾਇੰਟ ਹੈ C ਕਲਾਇੰਟ ਹੈ ਇਹਦਾ ਮਤਲਬ ਜੇ ਮੈਂ ਅੱਜ ਪੰਜਾਬ ਸਰਕਾਰ ਦਾ ਵਕੀਲ ਹਾਂ ਇਹ ਨਹੀਂ ਹੈ ਕਿ ਹੁਣ ਮੈਂ ਅਗਰ ਕੱਲ ਨਹੀਂ ਹੈਗਾ ਤੇ ਮੈਂ ਪੰਜਾਬ ਸਰਕਾਰ ਦੇ ਖਿਲਾਫ ਕੇਸ ਨਹੀਂ ਕਰ ਸਕਦਾ ਬਿਲਕੁਲ ਲਾਸਟ ਜਲਦੀ ਦੋ ਸਵਾਲ ਇਹ ਤਾਂ ਸਰਕਾਰ ਦੀ ਗੱਲ ਹੋਗੀ ਜਿਹੜੇ ਮੁੱਦੇ ਨੇ ਇਸ਼ੂਜ਼ ਕਰੰਟ ਉਹਦੀ ਗੱਲ ਹੋਗੀ ਐਜ਼ ਏ ਐਡਵੋਕੇਟ ਜਨਰਲ ਏਜੀ ਆਫਿਸ ਵਿੱਚ ਕੀ ਪ੍ਰਾਇੋਰਟੀ ਰਹੇਗੀ ਕੁਝ ਅਸੀਂ ਕਈ ਵਾਰ ਵੀ ਦੇਖਿਆ ਕਿ ਕਾਫੀ ਪੁਲਿਸ ਆਫੀਸ਼ੀਅਲਸ ਇੱਥੇ ਆਉਂਦੇ ਨੇ ਥਾਣੇ ਛੱਡ ਕੇ ਪਹਿਲਾਂ ਗੱਲ ਚੱਲੀ ਸੀ ਕਿ ਇਹ ਰਿਫਾਰਮ ਕੁਝ ਕਰਾਂਗੇ ਦੇਖੋ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਨਾ
not only ਕਿ ਟਾਈਮ ਆਵਰਸ ਪਰ ਪੁਲਿਸ ਆਫਸਰਸ ਦੇ ਆਉਣ ਨਾਲ ਮੈਨ ਆਵਰਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੇਸਟ ਹੁੰਦੇ ਨੇ। ਇੱਕ ਪੁਲਿਸ ਆਫਸਰ ਜਿਹੜਾ ਕਿ ASI SI ਰੈਂਕ ਦਾ ਹੈ, ਉਹਦਾ ਕੰਮ ਹੈ ਲਾਅ ਐਂਡ ਆਰਡਰ ਸੰਭਾਲਣਾ। ਇਸ ਲਈ ਮੇਰਾ ਬਹੁਤ ਸਿੰਸੀਅਰ ਐਫਰਟ ਇਹ ਰਹੇਗਾ, ਕਿਉਂਕਿ ਅੱਜਕੱਲ ਦੀ ਇਲੈਕਟ੍ਰੋਨਿਕ ਏਜ ਦੇ ਵਿੱਚ ਜਿੱਥੇ ਅਗਰ ਹਾਈ ਕੋਰਟ ਵਰਚੁਅਲ ਮੋਡ ਨਾਲ ਫੰਕਸ਼ਨ ਕਰ ਸਕਦੀ ਹੈ, ਇਹ ਜਿਹੜੀਆਂ ਇਨਸਟਰਕਸ਼ਨਸ ਨੇ ਇਨ ਕੇਸਿਸ can come in the form of virtual assistance by way of written affidavits and reports, ਜਿਹੜੀਆਂ ਕਿ ਕੋਰਟ ਦੇ ਸਾਹਮਣੇ ਸਾਈਨਡ ਤੇ ਸਟੈਂਪਡ ਫਾਰਮ ਵਿੱਚ ਪੇਸ਼ ਕੀਤੀਆਂ ਜਾਣ ਤਾਂ ਕਿ ਉਹਨਾਂ ਦੀ ਆਥੈਂਟਿਸਿਟੀ ਦਾ ਕੋਈ ਡਿਸਪਿਊਟ ਨਾ ਹੋਏ। ਤੇ ਮੇਰੇ ਹਿਸਾਬ ਨਾਲ ਉਹਨਾਂ ਨਾਲ ਜਿਹੜੇ 100 ਪੁਲਿਸਮੈਨ ਆਂਦੇ ਨੇ, ਰੋਟੀ ਖਾਣ ਦੀ ਦਿੱਕਤ, ਰਹਿਣ ਦੀ ਦਿੱਕਤ, ਟਰੈਵਲਿੰਗ ਦੀ ਦਿੱਕਤ, ਉਹ ਸਾਰਾ ਕੁਝ ਅਵੋਇਡ ਕਰਕੇ ਜਿੰਨਾ ਕੰਮਾਂ ਲਈ ਉਹਨਾਂ ਨੂੰ ਪੁਲਿਸ ਫੋਰਸ ਵਿੱਚ ਹਾਇਰ ਕੀਤਾ ਗਿਆ ਹੈ ਉਹ ਕੰਮ ਜ਼ਿਆਦਾ ਐਫੀਸ਼ੀਐਂਟਲੀ ਕਰ ਸਕਦੇ ਹਨ। ਇੱਕ ਲਾਸਟ ਸਵਾਲ, ਲਗਾਤਾਰ ਬਦਲਾਅ ਏਜੀ ਆਫਿਸ ਦੇਖਦੇ ਰਹੇ ਨੇ ਪਿਛਲੇ 1.5-2 ਸਾਲਾਂ 'ਚ, ਤੁਸੀਂ 6th AGO, ਇਹ ਹਮੇਸ਼ਾ ਰਿਪੋਰਟਡ ਵੀ ਹੋਈ ਔਰ ਹੈਵੀ ਹੈ। ਇਹ ਮਾਈਂਡਸੈਟ ਨੂੰ ਛੱਡ ਕੇ ਹੀ ਆਵੇ ਲੱਗਦਾ ਕਿ ਠੇਰੀ ਰਿਸਪੌਂਸਿਬਿਲਟੀ ਚਲੋ ਮਿਲੀ ਆ, ਉਸ ਉੱਥੇ ਦੇਖੀ ਜਾਏਗੀ ਕਿ ਆਪਣਾ ਮਾਈਂਡਸੈਟ ਐਜ਼ ਏਜੀ ਆਪਾਂ ਕਿਵੇਂ ਇੰਪਲੀਮੈਂਟ ਕਰਾਂਗੇ। ਦੇਖੋ, ਇਹ ਕਹਿਣਾ ਕਿ AGs ਬਹੁਤ ਆਏ ਬਹੁਤ ਗਏ, ਮੇਰੇ ਹਿਸਾਬ ਨਾਲ ਬਿਲਕੁਲ ਗਲਤ ਗੱਲ ਹੈ। ਅਗਰ ਤੁਸੀਂ ਅੱਜ ਵੀ ਸਾਡੇ ਬਾਹਰ ਰੋਲ ਆਫ ਆਨਰ ਹੈ ਉਹਨੂੰ ਦੇਖੋ ਤੇ ਮੇਰੇ ਖਿਆਲ ਇੰਡੀਪੈਂਡੈਂਸ ਤੋਂ ਲੈ ਕੇ ਹੁਣ ਤੱਕ ਦੇਰ ਹੈਵ ਜਸਟ ਬੀਨ ਅਬਾਊਟ 33 AGs ਵਿਚ ਇਜ਼ ਨਾਟ ਟੂ ਮਚ। ਇਸ ਨਾਲੋਂ ਕਿਤੇ ਜ਼ਿਆਦਾ ਬਿਊਰੋਕਰੈਟਸ ਜਾਂ ਕਿਤੇ ਜ਼ਿਆਦਾ ਜੁਡੀਸ਼ਰੀ ਦੇ ਵਿੱਚ ਆਫੀਸਰਸ ਜਾਂ ਕਿਤੇ ਜ਼ਿਆਦਾ ਲੈਜਿਸਲੇਟਰਸ ਚੇਂਜ ਹੋਏ ਨੇ। ਆਈ ਥਿੰਕ AG ਆਫਿਸ ਇਜ਼ ਦੀ ਮੋਸਟ ਸਟੇਬਲ ਆਫਿਸ ਇਨ ਦੀ ਆਰਗੇਨਾਈਜੇਸ਼ਨ ਔਰ AG ਦੀ ਡਿਊਟੀ ਸਿਰਫ ਇੱਥੇ ਤੱਕ ਹੈ ਕਿ ਜਿਹੜੀ ਗਵਰਨਮੈਂਟ ਨੇ ਉਹਦੇ ਵਿੱਚ ਫੇਥ ਰਿਪੋਜ਼ ਕੀਤਾ ਹੈ ਉਹਨੂੰ ਉਹ ਐਫੀਸ਼ੀਐਂਟਲੀ ਐਂਡ ਓਨੈਸਟਲੀ ਡਿਸਚਾਰਜ ਕਰ ਸਕੇ। ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਸੀਗੇ ਗੁਰਮਿੰਦਰ ਸਿੰਘ ਔਰ AG ਆਫਿਸ ਸੰਭਾਲਿਆ ਔਰ ਚੈਲੰਜ ਲਈ ਤਿਆਰ ਹੈ, ਚਾਹੇ SYL ਦਾ ਇਸ਼ੂ ਹੋਏ ਭਾਵੇਂ ਹੋਰ ਵੀ ਕਰੰਟ ਇਸ਼ੂ ਹੋਣ। ਇਹ ਕਹਿੰਦੇ ਚੈਲੰਜ ਲਈ ਅਸੀਂ ਤਿਆਰ ਹਾਂ। ਵੀਡੀਓ ਜਰਨਲਿਸਟ ਅਮਨ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਚੰਡੀਗੜ੍ਹ।